फिर ब्रिस्बेन ही क्यों चूज किया आपने? ब्रिस्बेन मैंने तब यूज किया ਇਹੀ ਮੇਰਾ ਜੋਕ ਇਹੀ ਮੇਰੀ ਪੰਜਾਬੀ हिंदी में चलेंगे मेरे भाई। ਹੁਣ ਆਪਾਂ ਮੁੰਡੇ ਤੋਂ ਹਿੰਦੀ ਚ ਪੁੱਛਣਾ। बिल्कुल ब्रिस्बेन इसलिए चूज किया जो रिलेटिव में भैया लगते हैं वो वहाँ थे भैया और वहाँ सिस्टर तो फिर वही ਨਹੀਂ ਮੇਨ ਸਟ੍ਰੈਸ ਤਾਂ ਸਿਰਫ ਸ਼ੋਅ ਦਾ ਸੀਗਾ ਯਾਰ। ਹੁਣ ਜਿੱਦਾਂ ਸ਼ੋਅ ਸਾਡਾ ਵਧੀਆ ਹੋ ਗਿਆ ਨਾ ਤੇ ਹੁਣ ਚੱਲ ਆਪਾਂ ਘੱਟੋ ਘੱਟ ਟੇਲਸ ਤੇ ਫੋਕਸ ਕਰ ਪਾਉਂਗੇ। फोकस करते हैं मूव ऑन होइए फिर अपन फेलास कैसन हो आप सब लोग? ਕਿਵੇਂ सब बढ़िया भाई। फीलिंग और बेटर ਕਿੱਦਾਂ ਸਾਰੇ ਸਹੀ ਹੈ ਨਾ? बहुत बेटर ਯਾਰ ਸੱਚੀ ਸੀਰੀਅਸਲੀ ਮੈਨ ਲਾਸਟ ਵੀਕ ਦਾ ਥੈਂਕ ਯੂ ਬ੍ਰਿਸਬੇਨ, ਇੰਨਾ ਵਧੀਆ ਸ਼ੋਅ। ਬੜਾ ਮਨ ਖੁਸ਼ ਹੋਇਆ ਇੰਨੇ ਸਾਰੇ ਲੋਕਾਂ ਨੂੰ ਇਕੱਠ ਦੇਖਣ ਦਾ, ਸਾਰੇ ਲੋਕਾਂ ਨੇ ਸ਼ੋਅ ਇੰਜੋਏ ਕੀਤਾ। ਆਪਣਾ ਓਬਵੀਅਸਲੀ ਐਜ਼ ਆਰਗੇਨਾਈਜ਼ਰ ਸਾਡਾ TBT ਦਾ ਸਟ੍ਰੈਸ ਬਹੁਤ ਜ਼ਿਆਦਾ ਲੈਵਲ ਹਾਈ ਹੁੰਦਾ ਉਸ ਟਾਈਮ ਤੇ ਕੋਈ ਦਿੱਕਤ ਨਹੀਂ ਆਈ। ਸਾਰਾ ਕੁਝ ਬਹੁਤ ਫਲੂਐਂਟ ਸੀਗਾ, ਸਾਰਾ ਕੁਝ ਬਹੁਤ ਵਧੀਆ ਫਲੋ 'ਚ ਗਿਆ, ਬਹੁਤ ਵਧੀਆ ਹੋ ਗਿਆ ਸਾਰਾ ਕੁਝ। ਆਪਾਂ ਇੱਕ ਵਾਰੀ ਫਿਰ ਜਸਪ੍ਰੀਤ ਭਾਜੀ ਥੈਂਕ ਯੂ ਸੋ ਮਚ ਯਾਰ, ਤੁਸੀਂ ਬ੍ਰਿਸਬੇਨ ਆਏ, ਸਾਨੂੰ ਐਂਟਰਟੇਨ ਕੀਤਾ ਆਫ ਦਾ ਕੈਮਰਾ, ਔਨ ਦਾ ਸਟੇਜ, ਆਫ ਦਾ ਸਟੇਜ। ਸਾਰੀਆਂ ਤੁਹਾਡੇ ਨਾਲ ਗੱਲਾਂ ਕਰਕੇ ਵਧੀਆ ਲੱਗਿਆ, ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਡਿਨਰ ਇੰਜੋਏ ਕੀਤਾ ਫੈਮਿਲੀ ਨਾਲ, ਉਹ ਬਹੁਤ ਵਧੀਆ ਲੱਗਿਆ। ਟੇਲ ਨੰਬਰ 2 ਸਾਰਿਆਂ ਦਾ ਸਭ ਤੋਂ ਪਹਿਲੇ ਫਿਰ ਵੈਲਕਮ ਕਰਦੇ ਹਾਂ ਟੇਲ ਨੰਬਰ 2 ਤੇ ਮੂਵਿੰਗ ਫਾਰਵਰਡ ਤੇਰੇ ਮਨ 'ਚ ਕੀ ਚੱਲ ਰਿਹਾ ਇਸ ਟਾਈਮ? ਮੈਂ ਦੇਖਣ ਡਿਆ ਤੂੰ ਸਟ੍ਰੈਸ ਲੱਗ ਰਿਹਾ। ਇਸ ਦਾ ਮੇਰੇ ਮਨ ਚੱਲ ਰਿਹਾ ਆਪਾਂ ਜਿਹਦੇ ਕਰਕੇ ਪੋਸੀਬਲ ਨਹੀਂ ਹੋ ਪਾਣਾ ਸੀ, ਪਵਨੀਤ ਬੋਲੀਵੀਡਸ ਬ੍ਰਿਸਬੇਨ ਥੈਂਕ ਯੂ, ਤੇ ਉਹਨਾਂ ਕਰਕੇ ਇਹ ਸ਼ੋਅ ਪੋਸੀਬਲ ਹੋਇਆ। ਬ੍ਰਿਸਬੇਨ 'ਚ ਸ਼ੋਅ ਸੀਗਾ, ਉਹਨਾਂ ਨੇ ਸਾਡੇ ਨਾਲ ਕੋਲੈਬੋਰੇਟ ਕਰਨ ਨੂੰ ਕਿਹਾ। ਉਹ ਇਕੱਲੇ ਵੀ ਕਰ ਸਕਦੇ ਸੀ ਪਰ ਉਹਨਾਂ ਦਾ ਥੈਂਕਸ ਆ, ਸਟਾਰਟ ਵੀ ਉਹਨਾਂ ਤੋਂ ਹੀ ਹੋਇਆ ਸੀ TBT, ਉਹਨਾਂ ਦੇ ਸਪੋਰਟ ਕਰਕੇ ਉਹਨਾਂ ਨੇ ਪੁਸ਼ ਕੀਤਾ। ਤੇ ਜੋ ਬ੍ਰਿਸਬੇਨ ਸ਼ੋਅ ਹੋਇਆ ਉਹ ਵੀ ਉਹਨਾਂ ਦੇ ਹੈਲਪ ਨਾਲ ਹੀ ਹੋਇਆ, ਕਿਉਂਕਿ ਉਹਨਾਂ ਨੇ ਮੈਨੇਜ ਕੀਤਾ ਸੀ ਮੋਸਟਲੀ। ਬਟ ਹੱਥ ਨੂੰ ਹੱਥ, ਹੁਣ ਆਪਣਾ ਜੋ ਵੀ ਜਿੰਨਾ ਆਪਣੇ ਤੋਂ ਹੋ ਸਕਿਆ ਆਪਾਂ ਕੀਤਾ, ਤੇ ਇਹੀ ਵਧੀਆ ਰਿਹਾ ਕਿ ਸਾਡਾ ਸੋਲਡ ਆਊਟ ਸ਼ੋਅ ਸੀਗਾ। 500+ ਟਿਕਟਸ ਆਪਾਂ ਸੈਲ ਕੀਤੀਆਂ, ਸਾਰੇ ਬਹੁਤ ਵਧੀਆ, ਬਹੁਤ ਖੁਸ਼ ਹੋ ਕੇ ਗਏ। ਤੇ ਤੁਹਾਡਾ ਐਕਸਪੀਰੀਅੰਸ ਕੀ ਸੀਗਾ? एक्सपीरियंस बहुत ਵਧੀਆ ਸੀਗਾ ਨਾ। ਇਹ ਬੰਦੇ ਦੀ ਕਿਆ ਬੋਲਦਾ ਹੈ ਦਿੱਲੀ ਲੈਣ ਦਾ ਲੁੱਟ ਕੇ ਨਾਲ ਐਕਸਪੀਰੀਅੰਸ ਬਹੁਤ ਵਧੀਆ ਹੀਗਾ। ਨੈਚੁਰਲੀ ਦੱਸ, ਤੂੰ ਸੀਰੀਅਸਲੀ ਦੱਸ, ਤੈਨੂੰ ਲੱਗਿਆ ਕਿ ਹਾਂ ਵਰਥ ਇਟ ਸੀਗਾ ਸਾਡਾ ਬ੍ਰਿਸਬੇਨ ਜਾਣਾ? ਅਰੇ ਨਹੀਂ, ਹਾਂਜੀ ਬਿਲਕੁਲ, ਕਿਉਂ ਨਹੀਂ ਭਾਜੀ। ਪਹਿਲੀ ਗੱਲ ਤਾਂ ਬ੍ਰਿਸਬੇਨ ਜਾਣਾ ਹੀ ਇੱਕ ਆਪਣੀ ਖੁਸ਼ੀ ਹੁੰਦੀ ਹੈ। ਦੂਜੀ ਗੱਲ ਜਸਪ੍ਰੀਤ ਭਾਜੀ ਆਣਾ ਹੀ, ਉਹ ਡਬਲ ਖੁਸ਼ੀ ਹੋ ਗਈ। ਤੀਜੀ ਗੱਲ ਸੋਲਡ ਆਊਟ ਗਿਆ, ਉਹ ਤੀਜੀ ਖੁਸ਼ੀ ਹੋ ਗਈ। ਫਿਰ ਚੌਥੀ ਗੱਲ ਜਦੋਂ ਵਾਪਸ ਆਉਣਾ ਹੀ ਉਹ ਥੋੜੀ ਜਿਹੀ ਸੈਡਨੈਸ ਕਹਿ ਸਕਦੇ ਹਾਂ ਆਪਾਂ। ਪਰ ਕਿਆ ਸ਼ੋਅ ਗਿਆ ਯਾਰ, ਕਿਆ ਮੈਨੇਜ ਕੀਤਾ ਸਾਰਾ ਕੁਛ, ਹੈ ਨਾ। ਵਧੀਆ ਗਿਆ, ਸੀਟਿੰਗ ਵਧੀਆ ਹੋ ਗਈ। ਥੋੜਾ ਜਿਹਾ ਡੱਗ ਮੰਗਾਇਆ ਸੀ ਵਿੱਚ, ਪਰ ਵਧੀਆ ਹੋ ਗਿਆ ਸਾਰਾ। ਸੀਟਿੰਗ ਕਰਕੇ ਸੀਟਿੰਗ ਪਲਾਨ ਦਾ ਕੋਈ ਥੋੜਾ ਜਿਹਾ ਉਹ ਤਾਂ ਹਰ ਇੱਕ ਤੇ ਇਸ਼ੂ ਹੁੰਦਾ ਬਟ ਆਪਾਂ ਟਰਾਈ ਕਰਿਆ ਕਰਾਂਗੇ ਵੀ ਅੱਗੇ ਤੋਂ ਚੀਜ਼ਾਂ ਦਾ ਵੀ ਧਿਆਨ ਰੱਖੀਏ ਵੀ ਹਾਂ ਇਹ ਚੀਜ਼ ਪ੍ਰੋਬਲਮ ਨਾ ਆਵੇ। ਤੇ ਜਿਵੇਂ ਆਪਣੀ ਸ਼ੋਅ ਤੋਂ ਬਾਅਦ ਆਪਾਂ ਬਹਿ ਕੇ ਜੋ ਆਪਣੀ ਐਨਾਲਾਈਜ਼ ਕੀਤਾ ਸੀ ਕਿ ਹਾਂ ਆਪਾਂ ਕਿੱਥੇ ਗਲਤ ਹੋਏ, ਆਪਾਂ ਟਰਾਈ ਕਰਾਂਗੇ ਨੈਕਸਟ ਸ਼ੋਅ 'ਚ ਆਪਣਾ ਵਧੀਆ ਹੋਵੇ, ਕਿਉਂਕਿ ਆਪਾਂ ਨੂੰ ਹੁਣ ਆਪਣੀ ਗਲਤੀਆਂ ਪਤਾ। ਐਵਰੀ ਸ਼ੋਅ ਇਜ਼ ਲਰਨਿੰਗ। ਹਾਂ ਹੈ ਨਾ, ਇਹ ਕੰਟੀਨਿਊਸ ਪ੍ਰੋਸੈਸ ਹੈ, ਨੈਵਰ ਐਂਡਿੰਗ ਪ੍ਰੋਸੈਸ ਨਹੀਂ ਹੈਗਾ, ਇਹਦਾ ਫੁੱਲ ਸਟਾਪ ਕੁਝ ਨਹੀਂ ਹੈ। ਠੀਕ ਹੈ, ਇਹ ਸੈਮੀ ਕੋਲਨ ਹੈ ਤਾਂ ਚੱਲੀ ਜਾਣਾ ਅੱਗੇ। ਮੈਨੂੰ ਲੱਗਦਾ ਜੇ ਆਪਣੇ ਮਤਲਬ ਵੀ ਉਹ ਭਾਜੀ ਨੇ, ਪਵਨੀਤ ਭਾਜੀ ਨੇ, ਉਹਨਾਂ ਕਰਕੇ ਗਏ ਹੀ ਆਪਾਂ ਬ੍ਰਿਸਬੇਨ, ਹਨਾ। ਤੇ ਜੇ ਆਪਾਂ ਮੇਬੀ ਇੱਕ ਵਾਰੀ ਜਾਂ 2 ਵਾਰੀ ਪਹਿਲੇ ਚਲੇ ਜਾਂਦੇ ਨਾ ਉੱਥੇ ਵੈਨਿਊ ਤੇ ਜਾ ਕੇ ਦੇਖ ਲੈਂਦੇ, ਤਾਂ ਆਪਾਂ ਨਾ ਸੇਮ ਹਰਸ਼ ਗੁਜਰਾਲਾ ਭਾਜੀ ਵਾਰੀ ਵੀ ਹੋਈ ਨਾ, ਇਹ ਸੀਟਿੰਗ ਦੀ ਥੋੜੀ ਜੀ ਹੋਈ ਸੀ। ਤਾਂ ਮੇਬੀ ਆਪਾਂ ਮੈਨੂੰ ਲੱਗਦਾ ਐਡਾ ਇਸ਼ੂ ਨਹੀਂ ਸੀਗਾ, ਸਮੂਥ ਗਿਆ, ਲੰਘ ਗਿਆ। ਏਦਾਂ ਦੱਸਾਂ ਕੀ ਹੁੰਦਾ, ਜਿਵੇਂ ਕਿਤੇ ਵੀ ਜਾਣੇ ਆ ਜਿਹੜੇ ਥੋੜੇ ਲੇਟ ਆਉਂਦੇ ਹੁੰਦੇ ਆ, ਉਹ ਸੀਟਿੰਗ ਦਾ ਏਦਾਂ ਹੁੰਦਾ ਵੀ ਇੱਕ ਤੋਂ ਤੁਹਾਨੂੰ ਐਮਟੀ ਸਪੌਟ ਮਿਲ ਗਏ, ਇੱਕ ਦੂਜੇ ਅਗਲਾ ਪਿੱਛੇ ਵਾਲਾ ਬੰਦਾ ਹੀ ਕਹਿੰਦਾ ਯਾਰ ਉਹ ਐਮਟੀ ਪਈ ਆ,
ਆਪਾਂ ਉੱਥੇ ਆ ਕੇ ਨਾ ਬਹਿ ਜਾਂਦੇ ਤੇ ਕਿਸੇ ਨੇ ਆਉਣਾ ਤਾਂ ਹੈ ਨਹੀਂਗਾ। ਬਿਲਕੁਲ ਜਿਹੜਾ ਬਾਅਦ ਚ ਉਹ ਜਿਹੜਾ ਬੰਦਾ ਆਉਣਾ ਜਿਹਦੀ ਆਲਰੇਡੀ ਉਹ ਟਿਕਟ ਬੁੱਕ ਕੀਤੀ ਸੀ ਉਹ ਸੀਟ ਤੇ ਲਈ, ਤਾਂ ਉਹ ਥੋੜਾ ਡਿਸਪਿਊਟ ਹੋ ਜਾਂਦਾ, ਉਹ ਆਪਾਂ ਕੰਟਰੋਲ ਨਹੀਂ ਕਰ ਸਕਦੇ। ਉਹ ਉਹਦੇ 'ਚ ਆਪਣਾ ਕੋਈ ਹੱਥ ਨਹੀਂ ਹੁੰਦਾ ਯਾਰ। ਉਹ ਦੇਖੋ ਕਈ ਵਾਰ ਪਤਾ ਕੀ ਸਾਰੇ ਆਪਣੇ ਪੰਜਾਬੀ ਹਿੰਦੀ ਭੈਣ ਭਰਾ ਹੈਗੇ ਆਪਣੇ ਹਨਾ ਜਿਹੜੇ ਸ਼ੋਅ ਦੇਖਣ ਆਏ ਆ। ਹੁਣ ਕੋਈ ਕਿਸੇ ਨੇ ਆਪਣਾ ਕੋਈ ਯਾਰ ਵੈਲੀ ਦੇਖ ਗਿਆ ਜਿਹੜਾ ਸ਼ੋਅ ਦੇਖਣ ਆਇਆ ਸੀ ਤੇ ਉਹਨਾਂ ਦੇ ਨਾਲ ਦੀ ਸੀਟ ਦੇਖੀ ਵੀ ਖਾਲੀ ਪਈ ਹੈ ਵੀ ਸ਼ੋਅ ਸਟਾਰਟ ਹੋਣ ਵਾਲਾ ਤੇ ਅਗਰ ਕੋਈ ਆ ਕੇ ਬੈਠਾ ਨਹੀਂ ਉਹ ਆ ਕੇ ਬਹਿ ਗਿਆ। ਬਟ ਇਹ ਆਪਾਂ ਨਹੀਂ ਡਿਸਾਈਡ ਕਰਦੇ, ਇਹ ਆਰਗੇਨਾਈਜ਼ਰ ਨਹੀਂ ਡਿਸਾਈਡ ਕਰਦੇ, ਇਹ ਆਰਟਿਸਟ ਡਿਸਾਈਡ ਕਰਦਾ ਕਿ ਕਿਸੇ ਵੀ ਸ਼ੋਅ ਤੇ ਕੋਈ ਵੀ ਜਾਂਦਾ ਨਾ ਐਜ਼ ਐਨ ਆਡੀਅנס ਤੇ ਇਹ ਸਾਡੇ ਹੱਥੇ ਨਹੀਂ ਹੁੰਦਾ। ਇਹ ਆਰਟਿਸਟ ਦਾ ਡਿਸੀਜਨ ਹੁੰਦਾ ਕਿ ਮੈਨੂੰ ਫਰੰਟ ਸੀਟਸ ਵੇਕੈਂਟ ਨਹੀਂ ਚਾਹੀਦੀਆਂ, ਮੈਨੂੰ ਉੱਥੇ ਬੰਦੇ ਚਾਹੀਦੇ ਤਾਂ ਕਿ ਮੈਂ ਇੰਟਰੈਕਟ ਕਰ ਪਾਵਾਂ, ਖਾਸ ਕਰਕੇ ਫਸਟ 4-5 ਰੋਜ਼ ਤੇ ਕਿਉਂਕਿ ਉਹੀ ਉਹਨਾਂ ਦਾ ਇੰਟਰੈਕਸ਼ਨ ਹੈ। ਆਡੀਅנס ਇੰਟਰੈਕਸ਼ਨ ਕੀ ਬੋਲਦੇ ਹੋ ਕਰਾਊਡ ਵਰਕ ਜਿਹਨੂੰ ਬੋਲਦੇ ਆ, ਉਹ ਉਹਨਾਂ ਨੂੰ ਕਰਾਊਡ ਵਰਕ ਤਾਂ ਹੀ ਹੋਏਗਾ ਜੇ ਉੱਥੇ ਸੀਟਸ ਵੇਕੈਂਟ ਨਹੀਂ ਹੋਣਗੀਆਂ ਹੈ ਨਾ। ਤੇ ਅਰੇ ਵੀਕਐਂਡ ਦਾ ਵੈਸੇ ਵੀ ਕੋਈ ਨਹੀਂ ਸੀਗੇ ਨਾ, ਪ੍ਰੋਬਲਮ ਤਾਂ ਇਹੀ ਹੋਈ ਨਾ ਵੀ ਜਿੱਦਾਂ ਟਾਈਮਿੰਗ ਦੇ ਨਾਲ ਸਾਰਾ ਕੁਝ ਹੁੰਦਾ ਨਾ। ਹੁਣ ਜਦੋਂ ਚਾਹੇ ਤਾਂ ਆਪਾਂ ਕਹੀਏ ਵੀ ਸਾਡੇ ਕੋਲ ਕੋਈ ਸੀਟ ਸੀਗੀ ਜਾਂ ਐਕਸਟਰਾ ਸੀਗੀ ਕਿਸੇ ਨੂੰ ਦੇਣ ਵਾਸਤੇ ਹਨਾ, ਸਾਡਾ ਤਾਂ ਸਾਰਾ ਇਹੀ ਚੱਲਦਾ ਨਾ ਵੀ ਭਾਜੀ ਤੁਹਾਡੀਆਂ ਸੀਟਾਂ ਉਹ ਹੈਗੀਆਂ ਉੱਥੇ ਜਾ ਕੇ ਬਹਿ ਜਾਓ, ਤੁਹਾਡੀਆਂ ਸੀਟਾਂ। ਸਾਡੇ ਤੇ ਆਪਣੇ ਬੰਦੇ ਹੁਣ ਜਿੱਦਾਂ 3 ਡਿਫਰੈਂਟ ਸੈਕਸ਼ਨ ਸੀਗੇ ਸਾਰੇ ਇੱਧਰ ਉੱਧਰ ਹੋ ਗਏ ਵੀ ਤੂੰ ਉੱਧਰ ਵਾਲਾ ਸੰਭਾਲ ਲੈਣਾ, ਤੂੰ ਸਕੈਨ ਕਰ ਰਹੇ ਸੀ ਮੇਰੇ ਸਾਹਮਣੇ ਹਨਾ, ਤੇ ਤੂੰ ਸੀਗਾ ਲੋਕਾਂ ਨੂੰ ਅੰਦਰ ਦਾ ਰਸਤਾ ਦਿਖਾਉਂਦਾ ਤੇ ਮੈਂ ਬੋਨਸ ਤੇ ਨਿਤੇਸ਼ ਭਾਜੀ ਅਸੀਂ ਅੰਦਰ ਦਾ ਸੰਭਾਲ ਲੈਂਦੇ। ਤੇ ਨਹੀਂ ਆਪਾਂ ਮੇਨਲੀ ਆਹੀ ਚੀਜ਼ ਕਹਿਣਾ ਚਾਹੂੰਗੇ ਆਪਣੇ TBT ਵੱਲੋਂ ਵੀ ਪਹਿਲੀ ਗੱਲ ਤੇ ਆਬਵੀਅਸਲੀ ਸਾਡੇ ਹਿਸਾਬ ਨਾਲ ਸਾਨੂੰ ਲੱਗਦਾ ਨਹੀਂ ਵੀ ਇੰਨੀ ਕੋਈ ਦਿੱਕਤ ਆਈ ਹੈ, ਤੇ ਜੇ ਕਿਸੇ ਨੂੰ ਦਿੱਕਤ ਆਈ ਹੈ ਸਾਡੇ ਕਰਕੇ ਸੀਟਿੰਗ ਕਰਕੇ ਜਾਂ ਕਿਸੇ ਨੂੰ ਲੱਗਿਆ ਉਹਨਾਂ ਨੂੰ ਕੋਈ ਬੁਰਾ ਲੱਗਿਆ ਤੇ ਸਾਡੇ ਵੱਲੋਂ ਅਪੋਲੋਜੀ। ਸਾਨੂੰ ਲੱਗਦਾ ਨਹੀਂ ਵੀ ਉਦਾਂ ਕਿਸੇ ਨੂੰ ਇੰਨੀ ਬਹੁਤੀ ਟਰਬਲ ਹੋਈ ਹੈ, ਸਾਰੇ ਲੋਕੀ ਬਹੁਤ ਜ਼ਿਆਦਾ ਖੁਸ਼ ਹੋ ਕੇ ਗਏ ਆ ਸਾਰੇ ਸ਼ੋਅ ਤੋਂ। ਆਪਾਂ ਖੁਦ ਬਹੁਤ ਖੁਸ਼ ਸੀਗੇ ਨਾ ਸਾਰੇ ਸ਼ੋਅ ਤੋਂ। ਤੇ ਪਰ ਇੱਕ ਹੋਰ ਚੀਜ਼ ਨੋਟਿਸ ਕੀਤੀ, ਕਈ ਜਣਿਆਂ ਨੂੰ ਆਪਾਂ ਬਹੁਤ ਟਾਈਮ ਬਾਅਦ ਮਿਲੇ ਸੀਗੇ ਜਿਹੜੇ ਆਪਣੇ ਨਾਲ ਪੜੇ ਕਾਫੀ ਸਾਲਾਂ, ਕਿਉਂਕਿ ਆਪਾਂ ਹੈਗੇ ਵੀ ਬ੍ਰਿਸਬੇਨ ਤੋਂ ਤੇ ਯੂਨੀ ਵਾਲੇ ਜਿੰਨੇ ਵੀ ਬ੍ਰਿਸਬੇਨ ਰਹਿ ਗਏ ਹੁਣ, ਕਿਉਂਕਿ ਆਪਾਂ ਤਾਂ ਮੂਵ ਹੋ ਗਏ ਤੇ ਆਪਣੇ ਵਰਗੇ ਸਾਰੇ ਮੂਵ ਹੋ ਗਏ ਡਿਫਰੈਂਟ ਸਿਟੀਜ਼ ਹੈ ਨਾ, ਪਰਸਨਲ ਰੀਜ਼ਨਸ ਕਰਕੇ। ਮੋਸਟਲੀ ਰੀਜ਼ਨ PR ਦਾ ਹੀ ਹੁੰਦਾ ਯਾਰ। ਪਰਸਨਲ 6-7 ਸਾਲ ਹੋ ਗਏ ਉਹ ਕਪਲ ਨੂੰ ਮਿਲਿਆ ਜਿਹੜੇ ਉਹ ਕੁੜੀ ਸੀਗੀ ਜਿਹੜਾ ਪਹਿਲਾ ਸਮੈਸਟਰ ਸਾਡਾ ਸੀਗਾ, ਤੇ ਉਹਨਾਂ ਨੇ ਨਾ ਮੈਨੂੰ ਆ ਕੇ ਮਿਲਿਆ ਵੀ ਆਪਣੇ ਆਪ ਨੂੰ ਉਹਨਾਂ ਨੇ ਹਨਾ ਇੰਟਰੋਡਿਊਸ ਕਰਾਇਆ ਤੇ ਨਾਲ ਮੈਨੂੰ ਕਹਿੰਦੇ ਆ ਮੇਰੇ ਹਸਬੈਂਡ ਹੈ। ਮੈਂ ਕਿਹਾ ਹਸਬੈਂਡ ਤਾਂ ਠੀਕ ਆ ਪਰ ਤੁਸੀਂ ਕੌਣ ਹੋ? ਮੈਨੂੰ ਪਤਾ ਨਹੀਂ, ਮੈਨੂੰ ਯਾਦ ਨਹੀਂ ਹੈਗਾ ਤੇ ਹਾਂ ਉਹ ਫੇਸ ਵੀ ਬਦਲ ਗਿਆ ਹਨਾ ਵੀ ਮਤਲਬ ਆਊਟਲੁੱਕ ਵੀ ਬਦਲ ਗਈ ਹਨਾ। ਉਹ ਹਸਬੈਂਡ ਨਾਲ ਮਿਲਾਉਂਦੇ ਮੈਂ ਇਦਾਂ ਹੁਣ ਤੁਹਾਨੂੰ ਪਤਾ ਬੰਦਾ ਉੱਥੇ ਕਰੇਗੀ ਹਨਾ, ਮੈਂ ਉੱਥੇ ਹਾਂਜੀ ਸਭ ਵਧੀਆ ਜੀ ਆਓ ਬੈਠੋ ਇੰਜੋਏ ਕਰੋ ਹਨਾ। ਨਾਮ ਦੱਸ ਜੀ ਆਪਣਾ, ਮੈਂ ਵੀ ਯਾਦ ਆ ਜੇ ਨਹੀਂ ਬ੍ਰਿਸਬੇਨ ਆਬਵੀਅਸਲੀ ਮੈਨ ਅੱਜ ਦਾ ਸਟਾਰਟ ਨਹੀਂ ਹੈ 2016 ਬਹੁਤ ਜ਼ਿਆਦਾ ਟਾਈਮ ਹੋ ਗਿਆ, ਬਟ ਜਦੋਂ ਆਣਾ ਸੀਗਾ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਵੀਜ਼ੇ ਆਏ ਸੀਗੇ। ਪਰ ਸਟਾਰਟ ਕਰਨ ਤੋਂ ਪਹਿਲਾਂ ਜੋ ਆਪਾਂ ਜਸਪ੍ਰੀਤ ਭਾਜੀ ਜਿਨ੍ਹਾਂ ਦੀ ਰੈਫਰੈਂਸ ਦੇ ਰਹੇ ਹਾਂ, ਸਟੈਂਡ ਅਪ ਕਾਮਿਕ ਹੈਗੇ ਲਾਈਫ ਆਫ ਭਾਜੀ ਇੰਸਟਾਗ੍ਰਾਮ ਹੈਂਡਲ ਹੈ, ਆਪਾਂ ਮੈਂਸ਼ਨ ਕਰਨਾ ਭੁੱਲ ਗਏ ਕਿ ਕਈਆਂ ਨੂੰ ਨਹੀਂ ਪਤਾ ਹੋਣਾ ਜਸਪ੍ਰੀਤ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਪਤਾ, ਕਈਆਂ ਨੂੰ ਇਹ ਨਹੀਂ ਪਤਾ ਹੋਣਾ ਵੀ ਆਪਾਂ ਪੋਡਕਾਸਟ ਕਰ ਰਹੇ ਹਾਂ ਕਿ ਨਹੀਂ, ਪਰ ਉਹਨਾਂ ਦਾ ਸਾਰਿਆਂ ਨੂੰ ਪਤਾ ਹੋਣਾ। ਆਪਾਂ ਸ਼ੋਅ ਕਰਵਾਉਂਦੇ ਆ ਕਿ ਉਹ ਮੇਬੀ ਉਹਨਾਂ ਲਈ ਨਾ ਆਏ, ਬਟ ਚਲ ਆਪਣਾ ਬੰਦਾ ਸੀ, ਆਪਾਂ ਉਹਨਾਂ ਨੂੰ ਮੈਂਸ਼ਨ ਕਰਨਾ ਤੇ ਲਾਈਫ ਆਫ ਭਾਜੀ ਇੰਸਟਾਗ੍ਰਾਮ ਹੈਂਡਲ। ਬਟ ਬ੍ਰਿਸਬੇਨ ਦੀ ਆਪਾਂ ਸਟੋਰੀ ਕਰ ਰਹੇ ਸੀ ਤੇ ਦੇਖੋ ਜੀ ਲਾਈਫ ਸਟਾਰਟ ਹੋਈ ਹੈ 2016 ਤੋਂ। ਮੇਨ ਸਟ੍ਰੈਸ ਜਿਹੜਾ ਐਕਚੁਅਲ ਸਾਡੀ ਲਾਈਫ ਕੈਰੀ ਔਨ ਕਿੱਦਾਂ ਕੀਤਾ, ਆਪਾਂ ਕਿੱਦਾਂ ਅੱਗੇ ਚੱਲ ਰਹੇ 2016 ਨੂੰ। ਤੇ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹਾਂਗਾ ਤਿੰਨਾਂ ਨੂੰ, ਜਦੋਂ ਤੁਸੀਂ ਇੰਡੀਆ ਤੋਂ ਮਤਲਬ ਵੀਜ਼ਾ ਅਪਲਾਈ ਕੀਤਾ ਹੈ ਜਾਂ ਕੁਝ ਵੀ ਆ, ਤਾਂ ਤੁਸੀਂ ਬ੍ਰਿਸਬੇਨ ਕਾਹਤੋਂ ਚੂਜ਼ ਕੀਤਾ? ਦੂਜੀ ਗੱਲ ਵੀ ਤੁਸੀਂ ਆਏ ਕਿੰਨਾ ਕੋਈ, ਜੇ ਮੈਂ ਪੁੱਛਣਾ ਚਾਹਾਂ। ਨਹੀਂ ਜਦੋਂ ਮੈਂ ਵੀਜ਼ਾ ਅਪਲਾਈ ਕੀਤਾ ਸੀਗਾ ਮੇਰੇ ਮਾਮਾ ਜੀ ਆ ਬ੍ਰਿਸਬੇਨ ਤੇ ਮੈਂ ਤਾਂ ਉਹਨਾਂ ਕੋਲ ਕੀਤਾ ਸੀਗਾ, ਤੇ ਅਚਨ ਦੇ ਕਜ਼ਨਸ ਹੈਗੇ ਆ ਬ੍ਰਿਸਬੇਨ ਤੇ ਮਨਪ੍ਰੀਤ ਦੇ ਸਿਸਟਰ ਹੈਗੇ ਆ ਬ੍ਰਿਸਬੇਨ ਤੇ ਆਪਾਂ ਆਬਵੀਅਸਲੀ ਇੰਡੀਆ ਤੋਂ ਤਾਂ ਇਕੱਠੇ ਕਦੀ ਸੀਗੇ ਨਹੀਂ ਨਾ। ਆ ਤੁਸੀਂ ਲੁਧਿਆਣੇ ਤੋਂ ਆ, ਮੈਂ ਗੁਰਦਾਸਪੁਰ ਤੋਂ ਆ, ਤੇ ਉਹ ਇੰਨੀ ਕਰਨ ਦੀ ਲੋੜ ਨਹੀਂ। ਮੈਨੂੰ ਤਾਂ ਜਦੋਂ ਦਾ ਮੈਂ ਇੱਥੇ ਆਇਆ 2 ਸਾਲ ਦਾ ਹਨਾ, ਮੈਨੂੰ ਇਹੀ ਲੱਗਦਾ ਸੀ ਵੀ ਇੰਡੀਆ ਤੋਂ ਇੱਕੋ ਫਲਾਈਟ ਤੇ ਇਕੱਠੇ ਬਹਿ ਕੇ ਆਏ ਆ ਤਾਂ ਪਹਿਲੇ ਮਿਲੇ ਹੀ ਨਹੀਂ। ਇੱਥੇ ਆਪਾਂ ਉੱਥੇ ਯੂਨੀਵਰਸਿਟੀ 'ਚ ਮਿਲੇ ਸੀਗੇ, ਉੱਥੇ ਥੋੜਾ ਜਿਹਾ ਹੋਇਆ। ਇਹ ਤਾਂ ਨਾ ਬੜਾ ਫਰੰਟ ਜਿਹਾ ਤੇ ਬਹਿ ਹੁੰਦਾ ਸੀ, ਜਿਵੇਂ ਮੇਨ ਜੀ ਲੋਕਾਂ ਦੀ ਸੀ ਨਾ, ਅਸੀਂ ਬੜਾ ਪੜਦਾ ਹੋਊਗਾ ਪਰ ਥੋੜੇ ਰੰਗ ਉਹਨੇ ਰੰਗ ਜਿਹੇ ਦਿਖਾਏ ਸੀਗੇ ਵੀ ਯੂਰੀ ਦੀਆਂ ਇਹਦੀਆਂ ਗੱਲਾਂ ਮੈਂ ਬਹੁਤ ਆ ਮੇਰੇ ਕੋਲ, ਇਹਦੀਆਂ ਤੇ ਬਹੁਤ ਗੱਲਾਂ ਮੇਰੇ ਕੋਲ। ਅਰੇ ਮੈਂ ਤੁਹਾਨੂੰ ਦੱਸਦਾ ਫਸਟ ਵੀਕ ਤੇ ਸੈਕੰਡ ਵੀਕ, ਫਸਟ ਵੀਕ ਤੱਕ ਤਾਂ ਪਤਾ ਹੀ ਨਹੀਂ ਸੀਗਾ ਕਿ ਇਹਨਾਂ ਨੂੰ ਲੱਗਿਆ ਨਹੀਂ ਕਿ ਮੈਂ ਇੰਡੀਅਨ ਆ,
ਮੈਨੂੰ ਲੱਗਾ ਤੂੰ ਉੱਥੋਂ ਦਾ ਵਾ ਜਿਹੜਾ ਅਰਬੀ ਨਹੀਂ ਹੁੰਦੇ ਦੁਬਈ ਦਾ। ਮੈਨੂੰ ਲੱਗਾ ਉਹ ਇਹ ਤਾਂ ਹੋ ਗਈ ਤੁਹਾਡੀ ਸਟੋਰੀ ਹਾਂ। ਇਹ ਗਰੁੱਪ ਤੁਹਾਨੂੰ ਪਤਾ ਇੱਕ ਕੋਈ ਰੀਜ਼ਨ ਕਰਕੇ ਜਦੋਂ ਬੈਕ ਲੱਗੀ ਸੀ ਫਿਰ ਮੈਨੂੰ ਇੱਕ ਸਬਜੈਕਟ ਰਿਪੀਟ ਕਰਨਾ ਪਿਆ ਸੀ ਤੇ ਉਹ ਗਰੁੱਪ ਚ ਜਿਵੇਂ ਸੀਗੇ ਸਮਰੀਤ, ਸਰਬ, ਸਿਮਰਨ ਤੇ 2-3 ਹੋਰ ਸੀਗੇ ਜਿਹੜੇ ਸ਼ੋਅ ਤੇ ਵੀ ਆਏ ਸੀ, ਦੋਵੇਂ ਮੁੰਡੇ। ਅੰਮ੍ਰਿਤ ਹੋਣੇ, ਅੰਮ੍ਰਿਤ ਤੇ ਦੂਜਾ ਮੁੰਡਾ ਮੈਂ ਨਾਮ ਭੁੱਲ ਗਿਆ। ਅਰੇ ਸੰਤੋਂ ਜੀ ਬਸ ਕਰੋ, ਇੰਨੀ ਡਿਟੇਲ ਨਹੀਂ ਦੇਣ ਦੀ ਲੋੜ। ਚਲੋ ਨਾ ਮੈਂ ਜਿਵੇਂ ਬੈਠਾ ਮੈਂ ਸਰ ਉਦੋਂ ਤੱਕ ਮੈਨੂੰ ਪਤਾ ਸੀ ਫਰੰਟ ਸੀਟ ਤੇ ਬੈਨ ਵਾਲਾ ਕੋਈ ਨਹੀਂ ਹੈਗਾ, ਠੀਕ ਹੈ। ਉਹ ਪਹਿਲਾ ਇੰਪ੍ਰੈਸ਼ਨ ਸੀਗਾ ਮਾੜਾ ਹੀ ਪੈ ਗਿਆ। ਮੈਂ ਕਿਹਾ ਪਿੱਛੇ ਬੈਠੇ ਠੀਕ ਆ ਆਪਾਂ। ਦੇਖ ਮੈਂ ਪਿੱਛੇ ਬਹਿ ਗਿਆ ਜਾ ਕੇ ਤੇ ਮੇਰੇ ਤੋਂ ਅੱਗੇ ਬੈਠਿਆ। ਤੈਨੂੰ ਪਤਾ ਐਸਟਰ ਕੀ ਕਰਦੀ ਸੀ, ਉਹਨੇ ਕਹਿਣਾ ਕਿ ਇੰਟਰੋਡਕਸ਼ਨ ਦਿਓ ਆਪਣੀ, ਤੇ ਜਿਵੇਂ ਮੈਂ ਆਪਣਾ ਨਾਮ ਵੀ ਲਿਆ ਤੇ ਨਾਮ ਵੀ ਕਾਮਨ ਨਹੀਂ ਹੈਗਾ ਤੇ ਉਹ ਨਾ ਪੰਜਾਬੀ ਚ ਬੋਲ ਰਿਹਾ ਮੇਰੇ ਅੱਗੇ। ਇਹੋ ਜਿਹਾ ਨਾਂ ਕਿੱਥੋਂ ਹੋਣੇ ਆ ਲਿਟਰਲੀ। ਮੈਂ ਸਰਬ ਤੈਨੂੰ ਪਤਾ ਕਿਹੋ ਜਿਹੀ ਆ ਤੇ ਉਹਦੇ ਮੂੰਹੋਂ ਮੈਂ ਸੁਣਿਆ ਗੱਲ, ਉਹ ਤੇ ਸਿਮਰਨ ਗੱਲ ਕਰ ਰਹੇ ਸੀ ਕਿ ਹਾਂ ਪਤਾ ਨਹੀਂ ਕਿੱਥੋਂ ਆ। ਤੇ ਜਦੋਂ ਮੈਂ ਆਪਣਾ ਇੰਟਰੋਡਕਸ਼ਨ ਦਿੱਤੀ ਨਾ, ਜਦੋਂ ਮੇਰੀ ਵਾਰੀ ਹੈ, ਉਹਨੇ ਇੱਕ ਵਾਰ ਕਹਿਤਾ ਤੇ ਫਿਰ ਉਹਨੇ ਕਿਹਾ ਕਿ ਹਾਂ ਇੱਥੋਂ ਕਈ ਬੱਚੇ ਹੈਗੇ ਆ ਜਿਨ੍ਹਾਂ ਦੇ ਇਹ ਹੋਇਆ ਉਹ ਹੋਇਆ। ਤੇ ਕੀ ਹੋਇਆ ਇੰਟਰੋਡਕਸ਼ਨ ਹੋ ਗਈ ਉਹ ਤੋਂ ਹੈ ਕੀ ਹੋਇਆ ਬੈਕ ਲੱਗੀ ਹੈ ਜਿੰਨਾ ਅਰੇ ਉਹਦੀ ਵੀ ਬਹੁਤ ਉਹ ਵੀ ਬਹੁਤ ਫਨੀ ਸਟੋਰੀ ਹੈ। ਚਲੋ ਬਾਅਦ ਦੀ ਗੱਲ। ਹਾਂਜੀ ਡਿਟੇਲ ਚ ਦੱਸਾਂਗੇ ਕਦੇ। ਤੇ ਉਹ ਜਦੋਂ ਮੈਂ ਕਿਹਾ ਨਾ ਮੈਂ ਪੰਜਾਬ ਤੋਂ ਆ, ਉਹਨਾਂ ਦੀ ਅੱਖਾਂ ਦੇਖਣ ਲਈ, ਕਿਉਂਕਿ ਉਹਨਾਂ ਨੇ ਬੋਲਤਾ ਤੇ ਮੈਂ ਸੁਣ ਲਿਆ ਹੋਇਆ ਸੀ ਉਹ ਚੀਜ਼, ਪਰ ਮੈਂ ਰਿਐਕਟ ਨਹੀਂ ਕੀਤਾ ਕਿ ਉਹ ਵੀ ਓਪਰਾ ਫੇਸ ਹੈ, ਮੈਂ ਕਦੀ ਮਿਲਿਆ ਨਹੀਂ, ਪਹਿਲੀ ਵਾਰ ਕਲਾਸ ਤੋਂ ਮਿਲ ਰਿਹਾ। ਤੇ ਉਹ ਬਹੁਤ ਫਨੀ ਸਟੋਰੀ ਸੀ। ਉਹਨਾਂ ਦੇ ਮੂੰਹ ਦੇਖਣ ਵਾਲੀ ਸੀ ਉਸ ਟਾਈਮ ਕਿ ਹਾਂ ਇਹ ਹੋ ਕੀ ਗਿਆ। ਥੈਂਕ ਯੂ, ਤੁਸੀਂ ਗੱਲ ਮੁਕਾਈ। ਸ਼ੁਕਰ ਆ ਪਰਮਾਤਮਾ ਦਾ ਯਾਰ ਇਹ ਨਾ ਮੈਂ ਆ ਸੁੱਖ ਦੀ ਘੜੀ 'ਚ ਸਾਰੀ ਗੱਲ ਮੁੱਕ ਗਈ। ਛੇਤੀ ਬੋਲਦਾ ਹਲੇ। ਪਰ ਚਲੋ ਇੱਕ ਚੀਜ਼ ਤੁਸੀਂ ਨੋਟਿਸ ਕੀਤੀ ਹੋਵੇ, ਆਪਾਂ ਇੰਡੀਆ ਬੈਠ ਕੇ ਦੇਖ ਲਈ ਸੀ ਯੂਨੀਵਰਸਿਟੀ ਕਿਹੋ ਜਿਹੀ ਲੱਗਦੀ ਹੈ ਗੂਗਲ ਮੈਪਸ ਵਗੈਰਾ। ਅਰੇ ਸਭ ਤੋਂ ਤਗੜਾ ਸਕੈਮ ਬ్రో, ਜਦੋਂ ਆਪਾਂ ਇੰਡੀਆ ਤੋਂ ਆਣਾ ਸੀ ਨਾ, ਇਹਨਾਂ ਦੇ ਟਾਊਨਸਵਿਲ ਤੇ ਕੇਨਸ ਵਾਲੇ ਕੈਂਪਸ ਬਹੁਤ ਤਗੜੇ ਹੈਗੇ ਆ ਹਨਾ। ਇਹਨਾਂ ਨੇ ਉੱਥੇ ਤੇ ਲਾਈ ਟਰੈਕ ਦੀ ਫੋਟੋ ਆਣਾ, ਲਾਇਬ੍ਰੇਰੀ ਦੀ ਫੋਟੋ ਤਗੜੀ, ਇਹ ਉਹ ਆ। ਅਰੇ ਬ్రో ਸਾਡੇ ਟੱਚਸਟੋਨ ਇਹਦੇ ਤੋਂ ਵੱਡੇ ਆ ਇੰਡੀਆ ਜਿੱਥੇ ਆਈਲੈਂਡਸ ਹੁੰਦੀ ਨਾ, ਟੱਚਸਟੋਨ ਵੱਡੇ ਆ। ਇਹਨਾਂ ਨੇ ਸਹੀ ਗੱਲ ਏ, ਉਹੀ ਕੀ ਕਹਿੰਦੇ ਆ ਅਟਰੈਕਟ ਕਰਨ ਲਈ ਨਾ ਉਹ ਬਿਲਡਿੰਗਾਂ ਦੀਆਂ ਗੂਗਲ ਤੇ ਵੀ ਸੇਮ ਫੋਟੋਆਂ ਚੜ੍ਹੀਆਂ ਹੁੰਦੀਆਂ, ਗਰੁੱਪਾਂ 'ਚ ਵੀ ਸੇਮ। ਤੇ ਜਦੋਂ ਮੈਂ ਆਉਣਾ ਸੀ ਇੱਥੇ ਤਾਂ ਸਮਾਨੀਆ ਯੂਨੀਵਰਸਿਟੀ ਤੇ ਮੈਂ ਬੜਾ ਖੁਸ਼। ਇੱਕੋ ਦਿਨ ਗਏ ਮੈਂ ਤੇ ਮੋਬੀ ਭਾਜੀ ਇਕੱਠੇ ਗਏ ਕਾਰਡ ਬਣਾਉਣ ਤੋਂ ਬਾਅਦ ਮੈਂ ਕਦੇ ਯੂਨੀਵਰਸਿਟੀ ਉਹ ਹੁੰਦੀ ਹੈ ਯੂਨੀਵਰਸਿਟੀ ਜਿਹੜੀ ਤੂੰ ਯੂਟਾਸ ਦਾ ਬ్రో ਯੂਨੀ ਬਹੁਤ ਤਗੜੀ ਆ। ਜਿਹੜੇ ਸਾਡੇ ਸੀਗੇ ਮੇਨ ਉਹ ਸੀ ਕੇਨਸ ਤੇ ਟਾਊਨਸਵਿਲ, ਪਰ ਸਾਡਾ ਤਾਂ ਐ ਸੀ ਜਿਵੇਂ ਇੱਕ ਬਿਲਡਿੰਗ ਖੜੀ ਆ, ਉਹਦੇ ਕੁਛ ਹੈ ਹੀ ਨਹੀਂ ਜ਼ਿਆਦਾ, ਬਸ ਉਹ ਸਟੱਡੀ ਕੈਂਪਸ ਲਾ ਲਾ। ਰੈਸਟੋਰੈਂਟ ਤੋਂ ਵੱਡਾ ਕੈਂਪ, ਰੈਸਟੋਰੈਂਟ ਤੋਂ ਛੋਟਾ ਕੈਂਪਸ ਹੈ ਸਾਡੀ ਯੂਨੀਵਰਸਿਟੀ ਤੇ ਯੂਨੀਵਰਸਿਟੀ ਹਾਂਜੀ ਹਾਂਜੀ ਗਏ ਦਾ ਸੀ, ਪਰ ਦੇਖ ਕੇ ਆਈ ਲਾਸਟ ਟਾਈਮ ਜਿੱਥੇ ਦੀ ਫੋਟੋਆਂ ਵੇਖ ਕੇ ਜਾਈਆਂ। ਹਾਂ ਵਧੀਆ ਯਾਰ ਬਹੁਤ। ਮੇਰੀ ਨਾ ਇੰਡੀਆ ਤੋਂ ਜਦੋਂ ਵੀਜ਼ਾ ਲੱਗਣਾ ਹੈ ਨਾ, ਉਹ ਵੀ ਬੜੀ ਫਨੀ ਸਟੋਰੀ ਹੈ। ਮੈਂ ਨਾ ਮੇਰੇ ਆਲਰੇਡੀ 2 ਰਿਫਿਊਜ਼ਲ ਆ ਗਏ ਕੈਨੇਡਾ ਤੋਂ। ਮੇਰਾ ਮਨ ਨਹੀਂ ਸੀਗਾ ਸਟਾਰਟਿੰਗ ਤੋਂ ਵੀ ਮੈਂ ਨਾ ਕੈਨੇਡਾ ਹੀ ਜਾਣਾ, ਤੇ ਮੈਨੂੰ ਨਹੀਂ ਸੀ ਉਦੋਂ ਟੈਨਸ਼ਨ। ਮੈਂ ਕਿਹਾ ਵੀ ਮਾਮੇ ਕੋਲ ਜਾਣਾ ਆ, ਮੈਂ ਕਿਹਾ ਵੀ ਜਾਣਾ ਕੈਨੇਡਾ ਮੈਂ, ਕਿਉਂਕਿ ਮੇਰਾ ਸਾਰਾ ਫਰੈਂਡ ਸਰਕਲ ਕੈਨੇਡਾ ਜਾ ਰਿਹਾ ਸੀ ਨਾ, ਤੇ ਮੇਰੇ ਮਨ 'ਚ ਸੀਗਾ ਵੀ ਮੈਂ ਜਾਣਾ ਕੈਨੇਡਾ, ਮੈਂ ਉਸ ਤੋਂ ਇਲਾਵਾ ਹੋਰ ਨਹੀਂ ਕਿਤੇ ਜਾਣਾ। ਅਰੇ ਆਪਣੇ ਪੰਜਾਬੀਆਂ ਦਾ ਕੈਨੇਡਾ ਹੀ ਹੁੰਦਾ। ਤੇ ਮੇਰੇ 2 ਰਿਫਿਊਜ਼ਲ ਆ ਗਈਆਂ। ਮੇਰੇ ਘਰ ਦੇ ਕਹਿੰਦੇ ਇਹਦਾ ਨਹੀਂ ਲੱਗਣਾ ਕਿਤੇ ਦਾ, ਦੌੜ ਕੱਢਿਆ ਗਿਆ ਕਿਤੇ ਪੋਸਟ ਭਰਤੀ ਕਰਾ ਦਈਏ ਤੈਨੂੰ। ਤੇ ਫਾਈਨਲੀ ਜਦੋਂ ਮੈਂ ਆਸਟ੍ਰੇਲੀਆ ਦਾ ਮਾਮਾ ਜੀ ਕੋਲ ਲਾਇਆ ਨਾ ਵੀਜ਼ਾ ਆਪਣਾ, ਤੇ ਮੈਂ ਗੁਰੂ ਘਰ ਦੇ ਬਾਹਰ ਸੀਗਾ, ਤੇ ਮੈਨੂੰ ਮੇਰੇ ਲਾਇਰ ਦਾ ਫੋਨ ਆਇਆ ਵੀ ਹਾਂ ਵੀ ਸ਼ੁਭਨੀਤ ਕਿੱਥੇ ਆ। ਮੈਂ ਕਿਹਾ ਜੀ ਮੈਂ ਘਰੇ ਸੀਗਾ, ਦੱਸੋ। ਕਹਿੰਦੇ ਵੀ ਇਦਾਂ ਕਰ ਆ ਜਾ ਆਫਿਸ। ਤੇ ਮੈਂ ਕਿਹਾ ਯਾਰ ਜੇ ਚੱਲ ਗੁੱਡ ਨਿਊਜ਼ ਹੁੰਦੀ ਤਾਂ ਅਗਲੇ ਨੇ ਕਹਿ ਦੇਣਾ ਵੀ ਵਧਾਈਆਂ ਹੁਣ ਤੇਰਾ ਵੀਜ਼ਾ ਆ ਗਿਆ ਹਨਾ, ਵੀ ਚੱਲ ਡੱਬਾ ਲਿਆਈ ਇਹ ਉਹ ਆ ਹਨਾ। ਤੇ ਮੈਂ ਕਿਹਾ ਯਾਰ, ਮੈਂ ਕਿਹਾ ਮੈਨੂੰ ਪਿਛਲੀ 2 ਵਾਰੀ ਵੀ ਏਦਾਂ ਹੀ ਫੋਨ ਆਏ ਵੀ ਆ ਜਾਓ ਯਾਰ ਆਫਿਸ ਤੁਹਾਡੇ ਨਾਲ ਗੱਲ ਕਰ ਲਈਏ। ਮੈਂ ਕਿਹਾ ਪੈ ਗਿਆ ਪੱਠਾ। ਤੇ ਮੈਂ ਗੁਰੂ ਘਰੋਂ ਏਦਾਂ ਆਇਆ ਵਾਪਸ ਹਨਾ, ਤੇ ਮੈਂ ਬਾਹਰ ਨਿਕਲਿਆ ਉਹਦਾ ਫਿਰ ਲਾਇਰ ਦਾ ਫੋਨ ਆ ਗਿਆ ਮੈਨੂੰ। ਤੇ ਮੈਨੂੰ ਕਹਿੰਦਾ ਕੀ ਕਹਿੰਦਾ ਏਦਾਂ ਨਾ ਡੱਬਾ ਡੁੱਬਾ ਲੈ ਕੇ ਆਈ ਨਾਲ। ਤੇ ਮੈਂ ਕਿਹਾ ਲੈ, ਮੈਂ ਕਿਹਾ ਸੌਂ ਖਾਓ, ਝੂਠ ਨਾ ਬੋਲੋ। ਤੇ ਕਹਿੰਦੇ ਨਹੀਂ ਵੀਜ਼ਾ ਆ ਗਿਆ ਵਾ। ਅਗਲੇ ਨੇ ਦੱਸਿਆ ਕੀ ਗਿਆ, ਤੇਰੀ ਸੌ। ਤੇ ਮੈਂ ਕਿਹਾ ਪੱਕਾ ਨਾ, ਮੈਂ ਕਿਹਾ ਇੱਕ ਵਾਰੀ ਫੇਰ ਚੈੱਕ ਕਰ ਲਓ। 1 ਮਿੰਟ, ਇਹ ਜੋਕ ਸੀ ਗਾਚੀ ਭਾਜੀ? ਅਰੇ ਜੋਕ ਸੀਗਾ ਤੇ ਤੁਸੀਂ ਸਮਝਦੇ ਨਹੀਂ। ਤੇ ਫਿਰ ਦੱਸਿਆ ਵੀ ਉਹਨੇ, ਤੁਸੀਂ ਵੀ ਮੈਂ ਜੋਕ ਮਾਰਨ ਲੱਗਾ। ਕੋਈ ਨਹੀਂ ਹੱਸਿਆ ਬੈਠੀ ਹੈਗੀ ਯਾਰ ਇੱਥੇ, ਤੈਨੂੰ ਦੱਸੂਗਾ ਜੋਕ ਆ ਰਿਹਾ। ਫਿਰ ਇੱਥੇ ਵੀ ਬਿਠਾਲਾ ਭਾਵੇਂ ਉੱਥੇ ਬਿਠਾਲਾ। ਉਹ ਪ੍ਰੋਸੈਸਿੰਗ ਟਾਈਮ ਲੱਗਦਾ ਨਾ ਬਹੁਤ, ਉਹਨੂੰ ਲਿੰਗੁਇਸਟਿਕ ਆ, ਉਹਨੂੰ ਬਹੁਤ ਲੈਂਗੁਏਜ ਪਤਾ। ਉਹ ਕਦੇ ਉਹ ਬਸ ਮੋਬੀ ਇੱਕ ਮਿੰਟ ਹੁਣ ਦੱਸਾਂਗੀ ਮੇਰੀ ਪੰਜਾਬੀ ਦਾ ਮਜ਼ਾਕ ਬਣਾਉਂਦੇ ਨਾ, ਤੁਸੀਂ ਹਿੰਦੀ ਬੋਲਿਓ ਇੱਕ ਵਾਰ। हिंदी में बात करते हैं। अरे चलो हिंदी में बात करते हैं, चलो हिंदी में बात करो। हिंदी में बात चलो ठीक है। एक मिनट आपका एक मिनट मैं स्टॉप करता हूँ वीजा लीगल। आपका जब ऑस्ट्रेलिया का वीजा लगना था तो क्या हुआ, कैसे लगा था और क्या प्रोसेस थी?
जैसे आपने लगाया वैसे मैंने लगाया। और नहीं डिटेल में बताओ ना। अरे स्टोरी सुनाओ ना अपनी, हम टेल्स सुना रहे हैं। क्यों ब्रिस्बेन ही क्यों चूज किया आपने? वैसे मैंने तब तां यूज किया। यही मेरा जोक है, यही मेरी पंजाबी हिंदी में चलेंगे मेरे भाई। ਹੁਣ ਆਪਾਂ ਮੁੰਡੇ ਤੋਂ ਹਿੰਦੀ ਚ ਪੁੱਛਣਾ। बिल्कुल इसमें इसलिए चूज किया क्योंकि मेरे जो रिलेटिव्स में भैया लगते हैं वो बात है, भैया और वहाँ सिस्टर, तो फिर वो एक ऑप्शन था। मैं चलो कभी और पेरेंट्स कर जाते हैं भी है ना, जो आपका ऑलरेडी कोई नोन हो बाहर तभी आप जाए वहाँ। चुप ये नहीं लाउड ना थोड़ी गल सुन दो। ये और पूरी बताओ ना, ऐसे थोड़ा और इतना आपने थोड़ा नहीं आ गया। यूनिवर्सिटी जेई जेम्स कौन सा? आपकी भी बहुत अच्छी हिंदी है। यार, आप तो इंडिया में सभी में सारे गांव में काम किया। नहीं अब आई वांट पी ये पॉडकास्ट आगे हिंदी जी कंटिन्यू हो चल अब हमने हिंदी में बात करनी है अभी हिंदी में For some time. नहीं फोर्स टेल सॉरी मैं फिर पॉडकास्ट कैसा टेल अरे आप हिंदी बोलो भाई, आप मुक्के मत मारो ऐसे। चलो आगे बात तो सुनाओ आप। हाँ। चलो अब मेरे से पूछ लो, मैं कॉन्फिडेंट ही हूँ। नहीं मेरी वीजे वाली बात हो रही थी ना, मैं उसको खत्म करता हूँ। तो मैं गुरुद्वारे के बाहर था और जब मेरे को उसने बता दिया भी तेरा वीजा आ गया है, तो फिर मैं एक्चुअल में अंदर गया, मत्था टेका मैंने और घर वापस आया। माथा टेका। अब मैं इतनी प्रिसाइज हिंदी भी नहीं बोलूंगा मैं भाई। तो मैं घर पहुंचा वापस और मैंने मम्मी थे घर पे और मैंने मम्मी से कहा भी मम्मी आप चाहते थे मेरा बाहर का वीजा आए? तो मम्मी कहते क्या मतलब है? मैंने कहा आप चाहते थे कि मैं कभी बाहर जाऊं। उनको लगा आगे फिर रिफ्यूजल है ना। तो मैंने कहा वीजा आ गया मेरा बेटा बाहर जाएगा, मेरा बेटा मेहनत करेगा, मेरा बेटा डॉलर कमाएगा। मैंने सेम चीज की डैड के साथ है ना। डैड को कॉल किया और डैड को बोला भी डैड वीजा आ गया। पहले तो 1 सेकंड के लिए, बाद में मेरा बेटा बाहर जाएगा। ਉਹਨਾਂ ਪੰਜਾਬੀ ਚ ਆ ਜਾਓ। ਉਹਨਾਂ ਦੀ ਮੈਂ ਪੰਜਾਬੀ ਚ ਦੱਸਾਂਗਾ ਕਿਉਂਕਿ ਉਹਨਾਂ ਦੀ ਹਿੰਦੀ ਉਹਨਾਂ ਦੀ ਇੰਨੀ ਘੈਂਟ ਹਿੰਦੀ ਹੈ ਨਾ, ਚਲੋ ਉਹਨਾਂ ਦੀ ਸਮਝ ਨਹੀਂ ਆਉਣੀ ਇਹਨਾਂ ਨੂੰ ਫੌਜੀ ਹਿੰਦੀ ਉਹਨਾਂ ਦੀ। ਤੇ ਡੈਡੀ ਦਾ ਸੀਗਾ ਹਾਏ ਮੇਰੇ ਮੁੰਡੇ ਬਾਹਰ ਜਾਊਗਾ ਹੁਣ। ਮੈਂ ਕਿਹਾ ਹਾਂਜੀ ਬਸ। ਤੇ ਮੇਰੇ ਕੋਲ ਐਕਚੁਅਲ ਚ ਸੀਗਾ 2 ਦਿਨ, ਮਤਲਬ ਦੂਜੇ ਦਿਨ ਮੇਰੀ ਫਲਾਈਟ ਸੀਗੀ। ਆਜੋ ਵਾਪਸ ਆਜੋ ਹੁਣ हिंदी से। अच्छा हिंदी बोला मैं, हिंदी बोलूं? हिंदी नहीं, अरे मेरे लिए हिंदी इजी है क्योंकि मैं शुरू से आर्मी स्कूल में ना, तो मेरे को हिंदी में बोलने में इतनी ट्रबल्स नहीं आती जितनी भाई दोनों को। We still fine. नहीं ये हिंदी में बोलो। हम फिर भी ठीक हैं। हमका चल रहा है भाई, सबको ही मालूम हमका चल रहा है, हमारी गाड़ी चल रही है। हमारी गाड़ी चल रही है। ठीक है। दो दिन रह गए थे। 2 दिन रह गए थे और मेरे को जैसे लॉयर आज हम उनके पास गए ना, तो उन्होंने मेरे को कहा भी तेरी टिकट परसों की बुक हो गई है, परसों शाम को तेरी फ्लाइट है। अब इंडिया में रहते हुए मैं पहले कभी मैंने प्लेन से ट्रेवल ही नहीं किया था और मेरे पापा का ये कहना था कि अगर तेरे को इंटरनेशनल फ्लाइट चाहिए तो तेरे को 6 घंटे पहले वहां पर पहुंचना पड़ेगा। जैसे टिपिकली अपने पेरेंट्स बोलते हैं भी 6 घंटे पहले वहां पर पहुंचो। चलो जी, शाम को 6 बजे फ्लाइट थी और मेरे को उन्होंने बोला भी तूने दोपहर 12 बजे वहां पर पहुंचना है। और यहाँ से घर वाले 1 दिन पहले रात को मेरे को लुधियाने यहाँ से गुरदासपुर से ले गए दिल्ली में। हम दिल्ली पहुंचे। आज जैसे मैं लॉयर के पास हूँ, मैं शाम को कपड़े ले रहा हूँ अपने वीजा कलेक्ट करने के बाद। कपड़े लेने के बाद सब कुछ मैंने मामा जी से बात की, क्या लेना है, क्या एक्स्ट्रा उनको क्या चाहिए, कुछ भी सब कुछ डिसाइड करने के बाद, लगेज करने के बाद, सारा कुछ करने के बाद नेक्स्ट मॉर्निंग आई गॉट अप। सभी रिलेटिव्स घर पे आए है ना, हम तैयार हुए। शाम को 4 बजे हम घर से निकल गए। 4 बजे घर से निकले और रात को हम रुके दिल्ली आके गुरुद्वारा साहिब में, क्योंकि मेरे साथ मेरे मामा जी के बड़े भाई थे है ना, वो भी ऑब्वियसली मेरे मामा जी लगते हैं। तो वो थे हमारे साथ में और उन्होंने कहा भी चलो यहाँ पर हमारा आज रात का आशियाना हो जाएगा। मैं कहा चलो जी ऐसे सही है। तो दिल्ली हम अगले दिन सुबह पहुंचे। ये मेरे को चेक इन करा के, अब मेरे साथ 2 और फ्रेंड थे जो आ रहे थे है ना, वो दोनों साथ में आ गए। वो मेरे को वहाँ पर मिल गए, दिल्ली मिल गए। हमने अपने बैगेज वो चेक इन करा के, इमिग्रेशन करा के हम चलो घर वाले सेपरेट हो गए, हम सेपरेट हो गए। हम फ्लाइट में पहुंचे। हमें बहुत तगड़ा एक्सपीरियंस है ना, इंटरनेशनल फ्लाइट होगी, सब कुछ हो गया। यहाँ पर पहुंचा मामा जी के पास। मतलब मेरे को एक्चुअल में अगर मेरे को बोलना पड़े ना भी, वो मेरे 2 दिन लाइफ के वो इतने ज्यादा क्विक थे कि आई वॉज नॉट एबल टू थिंक कि मेरे साथ चल क्या रहा है। एवरीथिंग वॉज लुकिंग लाइक इट्स अ ड्रीम। I'm waking up, I'm just walking here and there and I'm looking at new clothes that I've never worn before.
एंड सब इतना स्पेशल फील करवा रहे हैं अभी, मतलब तू क्या खाएगा, तेरे को क्या खाना है, कोई बोलेगा जल्दी कर लो देर हो रही है, उसको जाना है निकलना है, कोई आके मिल रहा है, कोई आके प्यार दे रहा है, तो इट वाज इमेजिनरी फॉर मी, इट वाज इमेजिनरी। द प्रोसेस वाज सो मैजिकल थ्रू आउट दोस 2 or 3 days कि जब तक मैं यहाँ पर पहुंचा ब्रिस्बेन, एवरीथिंग वाज लाइक यू नो, सब कुछ ऐसा लग रहा है जैसे सपना ही है। ये तो था मेरा एक्सपीरियंस। अब आगे वाला बंदा बोले। मेरा ऐसे था, मैंने अच्छा 1 मिनट पहले हिंदी कैसी थी? अनएक्सपेक्टेड अभी अच्छी हिंदी है ना? क्योंकि मैंने कभी इमेजिन नहीं किया था, क्योंकि मैंने शुरू से पंजाबी में सुना इसको। तो अभी तो आप मेरी भी सुनोगे। तुम्हारी ऐसे होनी है ना, मेरे को पता है। नहीं मेरी भी ऐसे नहीं है, मेरी भी थोड़ी बढ़िया हो गई है। इनकी पुरानी शाली वाली है। मेरी थोड़ी पुराना शाला इनका गांव है जी। हिंदी थोड़ी तेज निकलती है मेरी। चलो देखते हैं आपका ही कंटेंट आ रहा है आगे। हाँ जी। तो मेरा ऐसे था, मैंने मार्च में स्कूल खत्म होता और मार्च में एग्जाम्स खत्म हुए, अप्रैल मई में मेरे खत्म हुए थे, क्योंकि बोर्ड एग्जाम्स की डेट्स अलग। डेट कौन सी थी? डेट भी बताओ। डेट 12th of April थी मेरा लास्ट एग्जाम था 2016। बाबा जी। तो ऑप्शनल जो सब्जेक्ट था उसका एग्जाम था 12th of April, लास्ट एग्जाम था। तो वो खत्म हुआ, रिजल्ट्स आए मई एंड या जून स्टार्टिंग में, वो डेट नहीं आ रहा उसकी, नाम पूछना। और वो खत्म हुए, उसके बाद पर उस टाइम तक मेरी आइल्स वगैरह सब कुछ हो गया था, क्योंकि हमें रिजल्ट की वेट के बाद हमने फाइल लगा दी थी। विद इन 1 मंथ पड़ा था इनटेक में। जुलाई इनटेक मेरा प्रेफरेबल इनटेक था कि मेरे को जुलाई इनटेक मिल जाए। 1 मंथ पहले मैंने फाइल लगा दी और उसके बाद वेट कर रहे थे। जब इनटेक स्टार्ट हुआ जुलाई का, उससे 2.5 वीक्स बाद मेरा वीजा आएगा। मतलब मैंने जुलाई इनटेक मिस कर दिया। मतलब वीजा आया, उसके बाद हमने इनटेक ट्राई किया नवंबर का। बस वो मतलब मेरे में कोई इतनी प्रॉब्लम्स नहीं है कि वीजा रिजेक्ट हुआ कुछ भी है, मेरा स्ट्रेट फॉरवर्ड था। बस ये था कि मेरा जुलाई इनटेक नहीं आया, मेरा नवंबर इनटेक आ गया। वो तो हमको सभी को मालूम है कि आपका लक तो बहुत ऊपर का है ना। जिसमें भी हाथ डालो बस। नहीं एक चीज बुरी हुई थी इसके साथ, वो मैं आगे बताता हूँ। चलो कैरी ऑन। तो ये मेरा ये था। और इसकी इंट्रो में ना एक चीज ऐड करना चाहता हूँ मैं। ये बंदा होता है जो घर में सियाना ताऊ नहीं होता, कि अगर शादी हो रही है तो ये बंदा होगा जिसने आप तो तैयार नहीं होना, लेकिन ये डंडा लेके सबके पीछे पड़ा रहेगा भी भाई जल्दी निकलो, गाड़ियां तैयार हैं बाहर, क्या तू अभी भी क्या कर रहा है। लेकिन ये खुद भी बंदा नहाया नहीं होगा अभी। इसका कैरेक्टर लेकिन नहाया नहीं होगा, लेकिन सबसे पहले यही बैठेगा, गाड़ी में बैठेगा। हिंदी आपकी भी बहुत अच्छी है। सबसे पहले गाड़ी में बैठेगा मैं। चलो आगे कंटिन्यू। तो नवंबर 6 को मेरी फ्लाइट थी और आया जिनके पास था नितेश भैया और देवेश भैया, उन्होंने मेरे को एयरपोर्ट से पिक किया था। और यहाँ मेरे पास इनफ टाइम था सब कुछ प्लान करने के लिए, मेरे पास कुछ करने के लिए था। इंडिया लुधियाना कुछ भी नहीं किया मैंने, टाइम वेस्ट ही किया, बेसिकली ऐश किया प्रॉपर। जब मैं गया वहाँ पे भी अरे हमारी बारी भी आनी है, हम भी वेट कर रहे हैं, हमारा दिमाग से कंटेंट नहीं कर रहा है। जो हिंदी दिमाग में वो सुन रहे हैं, वो तैयारी कर रहे हैं कि मैं क्या बोलूंगा। यार उधर लाइफ, उसकी लाइफ का एक्सपीरियंस है यार, उसको बोलने दो भाई। तो यहाँ पे आया, सनी डे था ब्रिस्बेन जैसे वेदर होता है, ब्यूटीफुल वेदर था, समर टाइम नवंबर में। और उसके बाद 1 वीक बाद हम सभी मिले, तुम नहीं, हम 3। आप नहीं मिले थे हमें? हाँ, अब बाद में मिले यार। तो हम 3 14th को मिले, 14th ऑफ नवंबर फर्स्ट वीक था। बेसिकली हम लोग के फर्स्ट वीक में जिनके पास मैं आया था, उन्होंने मेरे को बेसिक्स बता दिए थे ऑस्ट्रेलिया में रहने के, जिसमें आते थे आप शॉर्ट्स और सिंगलेट्स में घूम सकते हो। और उसके बाद वो हिस्ट्री है, मैंने कभी पूरे कपड़े पहने नहीं। वेरी गुड, वेरी नाइस, थैंक यू फॉर दी वेरी गुड हिंदी वाली इंट्रो देने के बताने के। इफ यू फॉर्चुनेट है ना, ये मूवी भी डाल सकते हैं ना, मूवी बनाकर बेच सकते हैं इजीली। अरे मेरे को डिटेल्स याद रहती है तो मैं कोई भी स्टोरी लिख सकता हूँ। अरे इसका लास्ट में रखेंगे क्योंकि सबसे फनी होगा। हाँ। हम पहले लवप्रीत से कंटिन्यू करते हैं। लवप्रीत, अरे लवप्रीत बोलना भी कितना ऑकवर्ड लगता है ना इसको। भाना हिंदी में, तो अब तुमने हिंदी बोला है ना बोलने के लिए, तो हम तो भाना बोलेंगे। भाना सपेरा, भाना पाना। हाँ जी। तो भी नहीं होता हिंदी में। तो जब मेरा वीजा आया था, तो जब मैं गुरुद्वारा में ही था। अच्छा, हिंदी बोलते आवाज भी कम हो जाती है। हाँ, जोर से बोलो ना, जोश है थोड़ा सा। बोले में सॉरी हिंदी में बोलो ना। फिर से स्टार्ट करता हूँ। जब भी मेरा वीजा आया था, तो जब भी मैं गुरुद्वारा में ही था, तो
हाँ जी, जब हमारे नगर कीर्तन हमारे पिंडों में नगर कीर्तन होता है तो क्या बोलेंगे आप? गाँव तो बहुत ज्यादा नहीं हो जाएगा ना ब्रो ना, हिंदी बोलिए, हिंदी। चलो हमारे गांव में गाँव तो बोलते हैं। सबके वो नगर कीर्तन होते हैं ना। हाँ जी। तो वो जैन का महीना था, तो गुरु गोविंद सिंह जी का पहले मुझे लगा JAIN, जैन नहीं होते, जैन। हाँ चलो जनवरी महीना था, तो हमारे गुरु गोविंद सिंह जी का जन्मदिन था, तो उसी का नगर कीर्तन एक दिन पहले वो फिनिश हुआ था। तो उस दिन वो लास्ट डे था गुरुद्वारा में, तो मैंने ऐसे माथा टेका और भगवान को बोला कि भगवान अभी तो लास्ट दिन आ गया है ना सेवा में। मतलब लास्ट दिन गुरुद्वारा का नहीं था, लास्ट दिन मतलब तुम्हारी स्टार्ट का था, मतलब नेक्स्ट जो आपका इनटेक की क्लासेस के स्टार्ट का था ना, अभी वीजा कब तक आना चाहिए आपके एजेंट के अकॉर्डिंग, है ना? हाँ जी, उसका लास्ट डे था। हाँ जी। तो गुरुद्वारा में मैंने बोला कि भगवान अभी तो लास्ट दिन है ना, तो वीजा तो अभी भी नहीं आया, कुछ तो पता चले, अगर नहीं आना है वो पता चले, अगर आना है वो पता चले, इसके बाद तो फिर से वो टेंशन जी हो जाएगी ना। तो फिर मेरे एजेंट का मेरे को कॉल आया कि हाँ जी लवप्रीत, मैं कहा हाँ जी सर। तो वो बोले कि आपका वीज़ा आ गया। उन्होंने ऐसे कुछ नहीं डराया ना, उन्होंने बोला कि आपका वीज़ा आ गया। उसको मालूम था कि पहले ही बहुत आया है, होके ऐसे ही देख के आया है, तो इसको क्या ही डराना है। तो मैं क्या सच में आ गया? तो बोला हाँ जी आ गया। तो मेरी तो यही स्टोरी थी। फिर मैंने अपनी भाई को बताया, तो भाई भी अंदर ही थे गुरुद्वारा में, उसको मैंने जाके बोला कि मेरा वीज़ा आ गया। तो उसको भी नहीं यकीन हो रहा था कि हाँ जी सच में आ गया। तो फिर उसने मम्मा को बताया, और वो लोग ऐसे कह रहे थे कि अभी तो जो कोरोना ही रह गया है ना, कि 10 दिन रहेगा और 1 मंथ रहेगा इधर, उसके बाद तो इसने चला जाना है। लेकिन ऐसा नहीं हुआ। फिर आया कोविड। फिर मेरे को साल कोविड इंडिया में बिठा छड्डा कोरोना। तो वेरी गुड हिंदी, नॉट बैड। इसकी एक और फनी बात ये थी कि जब इन्होंने पहले ऑस्ट्रेलिया का इसका वीजा लगना था ना, तो गोपी जो बड़ा भाई है लव का, उसकी कॉल आई थी मेरे को भी भाई ऑस्ट्रेलिया का ना छोटे का वीजे का सोच रहे हैं। तो मैंने कहा हाँ जी, मैं कहा कोई इशू नहीं, मैं कहा लगा लो अभी, कोई ना, मैं ब्रिस्बेन में हूँ, ब्रिस्बेन का लगा लो, कोई नहीं, हम मतलब संभाल लूंगा, मैं उसको देख लूंगा ना जो भी होगा। चलो जी। तो उसके बाद हम आ गए यहाँ, होबर्ट मूव हुए थे। और होबर्ट मूव होने के बाद मेरे को फोन आया गोपी का फिर से, मेरे को कहता 2 साल के बाद आया था। 1.5 साल के बाद कॉल आया था। 1.5 साल के बाद, हाँ जी। मेरे को कॉल आई भी गोपी शुभ भाई कैसे हो? मैं कहा बहुत बढ़िया जी। कहते भी वीजा तो मैं बोलता हूँ वीजा तो आ गया भाई का, लेकिन एक दिक्कत हो गई है। तो भाई बोले क्या हो गया? उसका ना कहीं तस्मानिया है इधर ऑस्ट्रेलिया में ना, तो होबर्ट है कोई सिटी, उस पे आया। तो भाई हंसने लगे। मैं कहा भाई कोई नहीं यार, होबर्ट में भी हम अभी हैं, आप आ जाओ यहाँ पर ही आ जाओ। कितनी आरोनी चीज है, किन्नी है किन्नी आदत पड़ गई, पर कोई कितनी आरोनी चीज है कि हाँ ब्रिस्बेन बोला, ऑस्ट्रेलिया का वीजा लगाया, होबर्ट मूव हो गए, और कितनी प्रिसाइजली होबर्ट ही तेरा वीजा और हम होबर्ट ही मूव हुए। सब भगवान का लेखा जोखा होता है भाई, लकी है। के पीछे चलो। अरे लास्ट आ जाओ। तेरे हो गया बस। वीजा होबर्ट पहुंच गए वो। चलो मैं इनका लामा, मेरी हिंदी आएगी बात। उच्ची बोलना, ठीक है? ऊंची बोलना, हौली बोलना, ऊंची बोलूं, हौली बोलूं, तो ऊंची बोलना, आपने ऊंची। हंसना नहीं। चलो मैं स्टार्ट करता हूँ। मुझे एजेंट वाली तो स्टोरी याद नहीं, जैसे आपने बताया ना भी आपका ये सब कुछ है। मेरा बोर्ड्स का ज्यादा, बोर्ड्स में बड़ा जोर लगाया ना, क्योंकि होता है ना, क्योंकि मैं हॉस्टल में था, पेरेंट्स को बड़ा प्रेशर होता है भी हाँ यार इतने बच्चे पर फाइनेंशियली इतना हमने किया है। मैंने क्या पूरा हार्ड वर्क किया और अच्छे स्कोर्स भी आ गए थे मेरे। उसके बाद फिर ये एक यार एक्साइटमेंट भी होती है बाहर जाना है, और दूसरा होता है कि स्ट्रेस भी होता है, कुछ नया चैप्टर है जिंदगी में और कुछ नई जिंदगी का पड़ाव आ रहा है। और फिर जैसे क्या आ रहा है, कुछ भी आ रहा है, न्यू स्टेज ऑफ लाइफ, पड़ाव। और इतने 50% तो एटलीस्ट समझाना चाहिए आपको। आपको नहीं आ रहा, फिर आपका भी सारा पड़ा चलो आगे। एजेंट का उस टाइम तो होप थी हाँ भी वीजा आ जाएगा, ज्यादा चांसेस तो है ही होते हैं। अभी हम कुछ
स्कोर वगैरह अच्छे हैं, फाइनेंशियली जो दिखाना होता है भी मिनिमम फंड्स वगैरह सब कुछ ठीक था। चलो ये फिर तैयारी वगैरह करने लगे। आई थिंक मेरा जब तो फाइल वगैरह सब कुछ रेडी हुआ तो सितंबर था, आई थिंक अक्टूबर या सितंबर, आई थिंक मेरे पास 2 वीक्स थे। मैंने टिकट ली थी 22 अक्टूबर की। उसके बाद फिर सोचा चलो भी अभी बाहर जाते हैं। फिर आने से पहले क्या होता है भी हम जो यूनिवर्सिटी की फीस होती है वो दिमाग में कैलकुलेट करते होते हैं ना, भी इतना मिनिमम वेज है, 20 घंटे काम कर सकते हैं स्टूडेंट वीजे पर, और ये इतना बन जाएगा। सभी हिसाब लगाते हैं। मैंने भी सोचा था कि कैसे क्या हो सकता है। शुरू से ऐसे ही पेरेंट्स नहीं, सभी के पेरेंट्स ऐसे ही, सभी के नहीं, मोस्टली कहते हैं भी हाँ आपने यहाँ वहाँ अगर पढ़ना है, सेहत का ध्यान रखना है, पैसे का टेंशन ना लो, हम सर। पर हमको फिर भी होता है मेरे को भी ऑपोजिट बोला यार उन्होंने। हमने सीरियस ले ली थी। जूनी की फीस तो सभी को मालूम होती है ना कि 60,000 है और 70,000। आप ना पंजाबी बोल दो यार, आप पंजाबी बोल दो। even if you come from like a good family background, वो फिर भी वो चाहते हैं हमको होता है भी नहीं यार, हम क्यों, ऑलरेडी उन्होंने हमारे पर इतना खर्चा किया है, हम क्यों ना बाहर जाके हम खुद करें कमा के सब कुछ, अपने पैरों पे खड़े, पैड़ों पे अपने पैड़ों पे खड़े होना है, कुल्हाड़ी मारे अपने पानी पे खड़े। यार ये दोनों ना भाई आपको आती है तो ठीक है भाई, तो बढ़िया बोल रहे थे। ये मान ही बड़ा लुधियाना बैठे हैं तो फिर बैठे हैं। लुधियाना इसने रेडी लगाई थी, ये साथ में होता था, ये हुक्का देता था और ये हुक्का क्या होता है बता। आगे मेरी स्टोरी मेरी कंटिन्यू करते हैं। और चलो ये सब कुछ हुआ था, बाहर आ गए तो हाँ मुझे रिसीव किया था लाला बीरा, रविंदर भैया और अमन दीदी कहते हैं, हिंदी की कहते हैं अमन दीदी। हाँ तो वो तो बाद फिर हौली अब मैंने की पता यार उन्होंने ना प्योर पंजाबी बंदा मैं, मनप्रीत सिंह धालीवाल ना तो सुबनीत सिंह ही है यार। चलो आई थिंक दैट्स हाँ ਆਪਾਂ 14 मेरी 23 अक्टूबर ਨੂੰ ਉੱਥੇ वहां पर पहुंच गया था मैं ब्रिस्बेन पर, और फिर 14 नवंबर हम मिले थे यूनिवर्सिटी में। आई थिंक उसके पहले एक ओरिएंटेशन डे 14 था, उससे पहले था भी, उससे मंडे को ओरिएंटेशन था, वेडनेसडे को हमारी क्लास थी, ट्यूसडे ऑफ था। आई थिंक मेरे को याद नहीं भी मैंने ये देखा था, इसको तो देखा था नहीं किसी हम मेरे हिसाब से हम सभी क्लास में मिले थे, और उसके एक वीक बाद हम मिले थे आकाश को। वो पहले एक वीक सिडनी रहा था, सिडनी रहा था वो। नहीं ये फ्रंट पर बैठा था ना, ये तो हो गई हमारी बातें ब्रिस्बेन की। तो चलो हम बहुत किस्से सुनाएंगे। वो तो पंजाबी बात हो गया, पंजाबी जाइए बात, मैंने तो हिंदी जो मजा हिंदी चलो कोई हिंदी, मैं पंजाबी बोलूंगा। चलो तो इंग्लिश ऐसे करते हैं, अब हम ट्राई करते हैं, हम दोनों हिंदी में बोले, आप दोनों पंजाबी में बोलो, हम केटर सभी ऑडियंस को करते हैं। हाँ ऐसे हिंदी वाले भी सुनेंगे ना यार, हिंदी वाले जिनको पंजाबी मुश्किल लगती है वो बोलेंगे भी भाई तुम पंजाबी में सारा बोलते हो, हमें आधी चीजें समझ नहीं आती। ऐसा नहीं, मैं गुरदासपुर से हूँ, मेरी पंजाबी भी पूरी ऐसा नहीं, मैं हिंदी बोलनी पसंद नहीं करता। आई फील मोर कंफर्टेबल स्पीकिंग कंफर्टेबल कॉन्फिडेंट सेम थिंग्स। ऑब्वियसली पंजाबी तो बोल्ड तगड़ा है, पंजाबी वधिया बोलोगे। नहीं ऐसे इंडिया में घर में पंजाबी बोलते हैं तो ठीक है बाबा जी, ठीक है पंजाबी बोल लो, ठीक है। चलो ये तो हो गई हमारी सारी ब्रिस्बेन की बातें। ब्रिस्बेन की तो इतने ज्यादा किस्से हैं कि हमारी टेल्स तो खत्म ही नहीं होगी, है ना। ये भाई का सुनेंगे होबार्ट का, और अपने बारे में बताएंगे हम होबार्ट का हमारा कारण क्या था यहाँ पर मूव होने का, या हमारे यहाँ पर लाइफ क्या चल रही है, या व्हाट इज गोइंग ऑन। तब तक स्टे पॉजिटिव, स्टे हैप्पी, स्टे टेक केयर। हम मिलेंगे जल्दी अगले पॉडकास्ट में। यार मैं पॉडकास्ट क्यों बोलता हूँ हर बार यार, मेरे को टेल बोलना पड़ता है यार हर बार। मैं आपको मैं वो लिख के दूंगा, आप वो रीड किया करो। आई एम सॉरी, हर जगह टेल बढ़िया। ओके यार, अरे सिंपल सी बात है यार, नई चीज आ रही है ना मार्केट में, तो हमें लोगों को यूज्ड टू कराने के लिए लोग यूज्ड टू हो गए, तुम नहीं हुए साल से। हाईलाइट हो रहा ना यार, पॉडकास्ट नहीं थे, लोगों को भी पता लगे यार क्या है। ओके मैं लाइन को रिपीट करता हूँ। हमारी लाइन है स्टे सेफ, टेक केयर, बी हैप्पी एंड सी यू नेक्स्ट टाइम। चक द फटे चलो।